ਵੱਖ-ਵੱਖ ਜਿਹੜੇ ਸਟੇਟਾਂ ਨੇ ਉਹਨਾਂ ਦੇ ਨੁਮਾਇੰਦਿਆਂ ਨੂੰ ਪੁੱਛਿਆ ਗਿਆ ਪਹਿਲਾਂ ਇਹ ਲਾਗੂ ਕਰਨ ਤੋਂ ਪਹਿਲਾਂ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਪੁੱਛਿਆ ਗਿਆ ਸੀਗਾ ਜਾਂ ਪੰਜਾਬ ਦੇ ਕਿਸੇ ਜੋ ਬਿਊਰੋਕਰੇਟ ਨੇ ਉਹਨਾਂ ਤੱਕ ਖਬਰ ਪਹੁੰਚਾਈ ਗਈ ਸੀ ਕਿ ਵੀ ਇਹ ਅਸੀਂ ਬਿੱਲ ਲਿਆਉਣ ਲੱਗੇ ਹਾਂ ਕਿ ਉਹਨਾਂ ਨੂੰ ਪਤਾ ਸੀ ਵੀ ਇਹ ਜਿਹੜੇ ਕਿਸਾਨਾਂ ਦੇ ਜਿਹੜੇ ਨਵੇਂ ਕਾਨੂੰਨ ਬਣ ਰਹੇ ਹੈ ਇਹਨਾਂ ਨਾਲ ਕਿਸਾਨ ਤਰੱਕੀ ਕਰੇਗਾ, ਇਸ ਲਈ ਅਸੀਂ ਉਹਦੀ ਕ੍ਰੈਡੀਬਿਲਿਟੀ ਲੈ ਲਈਏ। ਪਰ ਉਹ ਤਾਂ ਸਪੋਰਟ ਕਰਦੇ ਸੀ। ਕੈਪਟਨ ਅਮਰਿੰਦਰ ਸਿੰਘ ਤਾਂ ਕਹਿੰਦੇ ਸਾਡੇ ਤੋਂ ਕਿਸੇ ਨੇ ਪੁੱਛਿਆ ਹੀ ਨਹੀਂਗਾ। ਜੋ ਕੋਈ ਚੀਜ਼ ਬੰਦ ਕੀਤੀ ਹੋਵੇ, ਕੋਈ ਕਾਨੂੰਨਾਂ 'ਚ ਬਦਲਾਅ ਕੀਤਾ ਹੋਵੇ ਤਾਂ ਵਿਰੋਧ ਹੈਗਾ। ਕਿਸ ਗੱਲ ਦਾ ਵਿਰੋਧ ਹੈ? ਸਿਰਫ ਤੇ ਸਿਰਫ ਭੋਲੇ ਭਾਲੇ ਕਿਸਾਨਾਂ ਨੂੰ ਇਹ ਪਾਰਟੀਆਂ ਆਪਣੀ ਜ਼ਮੀਨ ਬਚਾਉਣ ਵਾਸਤੇ ਉਹਨਾਂ ਦੇ ਮੋਢੇ ਤੇ ਬੰਦੂਕ ਰੱਖ ਕੇ ਚਲਾ। ਤੁਸੀਂ ਕਿਹਾ ਕਿ ਕਿਸਾਨਾਂ ਨੂੰ ਪਾਰਟੀਆਂ ਗੁੰਮਰਾਹ ਕਰ ਰਹੀਆਂ ਨੇ ਆਪਣੀ ਜ਼ਮੀਨ ਬਚਾਉਣ ਦੇ ਲਈ। ਕਿਸਾਨ ਗੁੰਮਰਾਹ ਹੋ ਕਿਉਂ ਰਹੇ ਨੇ? ਕਿ ਕਿਸਾਨ ਇੰਨੇ ਪਾਗਲ ਨੇ ਕਿ ਉਹ ਕਿਸੇ ਦੀਆਂ ਵੀ ਗੱਲਾਂ 'ਚ ਆ ਕੇ ਗੁੰਮਰਾਹ ਹੋ ਰਹੇ ਨੇ? ਉਹਨੂੰ ਲੱਗਦਾ ਵੀ ਸ਼ਾਇਦ ਇਹ ਮੋਦੀ ਸਾਹਿਬ ਦਾ ਵੀ ਜਿਹੜਾ ਹੈਗਾ ਕਿਰਦਾਰ ਉਹ ਐਸੀਆਂ ਪਾਰਟੀਆਂ ਦਾ ਹੀ ਕਿਰਦਾਰ ਹੈ, ਇਸ ਲਈ ਕਿਸਾਨ ਉਹਨਾਂ ਦੇ ਧੋਖੇ 'ਚ ਹੈ। ਲੇਕਿਨ 2-4-6 ਮਹੀਨੇ 'ਚ ਸਾਰਾ ਕੁਝ ਕਲੀਅਰ ਹੋ ਜਾਣਾ ਹੈ। ਜਦ ਉਹਨਾਂ ਦੀ ਫਸਲ ਚੱਕੀ ਜਾਣੀ ਹੈ, ਜਦ ਉਹਨਾਂ ਨੂੰ 2 ਰਸਤੇ ਮਿਲਣੇ ਹੈ, ਜਦ ਉਹਨਾਂ ਨੂੰ ਪਤਾ ਲੱਗਣਾ ਵੀ ਆਂਢ ਗੁਆਂਢ ਦੇ ਕਿਸਾਨ ਤਰੱਕੀ ਕਰ ਗਏ, ਜਦ ਨਵੀਂ ਟੈਕਨੋਲੋਜੀ ਆਣੀ ਹੈ ਔਰ ਇਸ ਫੀਲਡ ਦੇ ਅੰਦਰ ਨਵੇਂ ਇਨਵੈਸਟਰਸ ਆਉਣਗੇ, ਕਿਉਂਕਿ ਵਿੱਚ ਸਾਰੇ ਜਿਹੜੇ ਵਿਚੋਲੀਆ ਖਤਮ, ਸਿੱਧਾ ਕਿਸਾਨ ਸਿੱਧਾ ਉਹਨੂੰ ਬਾਹਰ ਨੂੰ ਵੇਚੇਗਾ। ਸੋ ਇਹਦਾ ਅਲਟੀਮੇਟ ਜਿਹੜਾ ਫਾਇਦਾ ਹੋਏਗਾ ਸਿਰਫ ਤੇ ਸਿਰਫ ਕਿਸਾਨ ਨੂੰ ਹੋਏਗਾ। ਆਪਾਂ 2022 ਦੀਆਂ ਚੋਣਾਂ ਦੇ ਵਾਸਤੇ ਗੱਲ ਕਰੀਏ, ਪੰਜਾਬ ਦੀਆਂ 2022 ਚੋਣਾਂ ਹੋਣੀਆਂ ਕਰੀਬ 1.5 ਸਾਲ ਰਹੇਗਾ, ਕੋਈ ਬਹੁਤਾ ਸਮਾਂ ਨਹੀਂ ਆਪਾਂ ਕਵਾਂਗੇ ਕਿ ਰਹਿ ਗਿਆ। ਕਿ ਬੀਜੇਪੀ ਅਕਾਲੀ ਦਲ ਦੇ ਨਾਲ ਰਲ ਕੇ ਹੀ ਚੋਣਾਂ ਲੜੇਗੀ? ਚੀਜ਼ਾਂ 'ਚ ਡਿਫਰੈਂਸ ਆਫ ਓਪੀਨੀਅਨ ਹੋ ਸਕਦਾ, ਪਰ ਇਹ ਥੋੜ੍ਹਾ ਵੀ ਉਹ ਅਸੀਂ ਘਰ ਹੀ ਟੁੱਟ ਜਾਣਾ। ਉਹ ਠੀਕ ਹੈ, ਇੱਕ ਮੁੱਦੇ ਤੇ ਸਾਡੀ ਨਹੀਂ ਬਣੀ, ਲੇਕਿਨ ਅਸੀਂ ਚੋਣਾਂ ਇਕੱਠੇ ਲੜਾਂਗੇ। ਅਸੀਂ ਇਕੱਠੀਆਂ ਲੜੀਆਂ ਸੀ, 10 ਸਾਲ ਸਰਕਾਰ ਚਲਾਈ ਹੈ ਔਰ ਪੰਜਾਬ ਨੂੰ ਇੱਕ ਵਿਜ਼ੀਬਲ ਵਿਕਾਸ ਦਿੱਤਾ, ਡਿਵੈਲਪਮੈਂਟ ਕੀਤੀ। ਪੰਜਾਬ ਦੀ ਜੇਕਰ ਆਪਾਂ ਗੱਲ ਕਰੀਏ, ਜੋ ਕਰੋੜਾਂ ਦਾ ਮੰਡੀ ਸਿਸਟਮ ਹੈ, ਮੰਡੀ ਫੀਸ ਲੱਗਦੀ ਹੈ, ਰੈਵਨਿਊ ਵੀ ਉੱਥੋਂ 5000 ਕਰੋੜ ਦਾ ਪੰਜਾਬ ਨੂੰ ਪੈ ਜਾਂਦਾ, ਉਹ ਸਾਰਾ ਵਿਅਰਥ ਗਿਆ। ਅੱਜ ਤੱਕ ਜਿਹੜੀ ਸਰਕਾਰਾਂ ਹੈ ਉਹਨਾਂ ਨੇ ਕਿਸਾਨਾਂ ਦਾ ਖੂਨ ਨਿਚੋੜਨਾ ਜੋ ਨਿਚੋੜਦੇ ਰਹੇ ਹੈ, ਲੇਕਿਨ ਮੋਦੀ ਸਰਕਾਰ ਨੇ ਇਹ ਵਾਅਦਾ ਕੀਤਾ ਸੀ ਵੀ ਕਿਸਾਨਾਂ ਦੀ ਆਮਦਨ 2022 ਤੱਕ ਦੁੱਗਣੀ ਹੋਏਗੀ। ਕੀ ਕਿਸਾਨ ਨੂੰ ਟੈਰਰਿਸਟ ਕਹਿਣਾ ਕਿੰਨਾ ਕੁ ਜਾਇਜ਼ ਹੈ? ਕਿਉਂਕਿ ਪਿੱਛੇ ਜੇ ਇੱਕ ਅਦਾਕਾਰਾ ਨੇ ਉਹਨਾਂ ਨੇ ਆਪਣੇ ਟਵਿੱਟਰ ਤੇ ਟਵੀਟ ਕੀਤਾ ਅਤੇ ਉਹਨਾਂ ਨੇ ਕਿਹਾ ਕਿ ਜੋ ਇਸ ਬਿੱਲ ਦਾ ਵਿਰੋਧ ਕਰ ਰਹੇ ਨੇ ਕਿਸਾਨ, ਉਹ ਆਤੰਕਵਾਦੀ ਨੇ। ਅੰਨਦਾਤਾ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਕਿ ਉਹਨਾਂ ਨੂੰ ਆਤੰਕਵਾਦੀ ਕਹਿਣਾ ਜਾਇਜ਼ ਹੈ? ਇਨਵੈਸਟਰਸ ਆਉਣਗੇ ਜਿਹਦੇ ਪੈਦਾ ਕੀਤੇ ਹੋਏ ਅੰਨ ਖਾ ਕੇ ਆਪਣਾ ਜੀਵਨ ਗੁਜ਼ਾਰਦਾ, ਉਹਨੂੰ ਆਤੰਕਵਾਦੀ ਕਹਿਣਾ ਵੈਰੀ ਸੈਡ। ਕਿਉਂਕਿ ਐਮਐਸਪੀ ਦਾ ਲਗਾਤਾਰ ਇਹੀ ਮੁੱਦਾ ਉਠਾਇਆ ਜਾ ਰਿਹਾ ਕਿ ਆਰਡੀਨੈਂਸ 'ਚ ਕਿਤੇ ਐਮਐਸਪੀ ਦਾ ਜ਼ਿਕਰ ਨਹੀਂ ਕੀਤਾ ਗਿਆ, ਕਿਉਂਕਿ ਜੋ ਹੋਣਾ ਤਾਂ ਆਰਡੀਨੈਂਸ ਦੇ ਹਿਸਾਬ ਨਾਲ ਹੋਣਾ। ਜਿਹੜਾ ਐਮਐਸਪੀ ਜਿਸ ਤਰ੍ਹਾਂ ਦਾ ਸਿਸਟਮ ਪਹਿਲਾਂ ਚੱਲ ਰਿਹਾ ਸੀ ਉਹਨੂੰ ਬਿਲਕੁਲ ਟੱਚ ਨਹੀਂ ਕੀਤਾ, ਉਹਨੂੰ ਬਿਲਕੁਲ ਛੇੜਿਆ ਨਹੀਂ, ਉਹ ਬਿਲਕੁਲ ਆਲਰੇਡੀ ਚੱਲਦਾ ਪਿਆ। ਇੱਕ ਪੈਰਲਲ ਸਿਸਟਮ ਸ਼ੁਰੂ ਕੀਤਾ। ਕਿਸਾਨ ਨੂੰ ਇੱਕ ਆਪਸ਼ਨ ਮਿਲ ਗਈ ਵੀ ਜੇ ਤੇਰੀ ਫਸਲ ਦਾ ਭਾਅ ਤੈਨੂੰ ਮੰਡੀ ਸਰਕਾਰੀ ਮੰਡੀਆਂ 'ਚ ਵੱਧ ਮਿਲਦਾ ਤੁਸੀਂ ਉੱਥੇ ਵੇਚ ਸਕਦੇ ਹੋ। ਜੇ ਤੁਹਾਡੀ ਫਸਲ ਦਾ ਜਿਹੜਾ ਭਾਅ ਹੈ ਬਾਹਰਲੀ ਮੰਡੀ ਤੈਨੂੰ ਵੱਧ ਮਿਲ ਸਕਦਾ ਤੁਸੀਂ ਉੱਥੋਂ ਵੇਚ ਸਕਦੇ ਹੋ। ਕਿਸਾਨ ਦਾ ਜਿਹੜਾ ਸੌਦਾ ਹੋਏਗਾ, ਜਿਹੜਾ ਕੰਟਰੈਕਟ ਹੋਏਗਾ, ਉਹ ਫਸਲ ਦਾ ਹੋਏਗਾ, ਉਹਦੇ ਨਾਲ ਜ਼ਮੀਨ ਦਾ ਕੋਈ ਲੇਗਾ ਦੇਗਾ ਨਹੀਂ ਹੈ। ਕੰਟਰੈਕਟਰ ਉਹ ਜ਼ਮੀਨ ਖਰੀਦ ਨਹੀਂ ਸਕਦਾ, ਕੰਟਰੈਕਟਰ ਉਹ ਜ਼ਮੀਨ ਲੀਜ਼ ਤੇ ਨਹੀਂ ਲੈ ਸਕਦਾ। ਜਿਹੜਾ ਕੰਟਰੈਕਟਰ ਹੈ ਉਹ ਜ਼ਮੀਨ ਪੱਟੇ ਤੇ ਕਿਸੇ ਤਰ੍ਹਾਂ ਨਹੀਂ ਲੈ ਸਕਦਾ। ਸੋ ਇਸ ਤੋਂ ਵਧੀਆ ਕਿਸਾਨ ਨੂੰ ਕੀ ਚਾਹੀਦਾ? ਕੱਲ 25 ਸਤੰਬਰ ਨੂੰ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ ਅਤੇ ਕਾਫੀ ਭਰਵਾਂ ਹੁੰਗਾਰਾ ਜਿਹੜਾ ਕਿਸਾਨਾਂ ਨੂੰ ਕੱਲ ਮਿਲਿਆ। ਸਾਰੀਆਂ ਸਿਆਸੀ ਪਾਰਟੀਆਂ, ਚਾਹੇ ਉਹ ਅਕਾਲੀ ਦਲ ਹੋਵੇ, ਚਾਹੇ ਆਮ ਆਦਮੀ ਪਾਰਟੀ, ਚਾਹੇ ਕਾਂਗਰਸ, ਹਰ ਕਿਸੇ ਨੇ ਕਿਸਾਨਾਂ ਦਾ ਸਾਥ ਦਿੱਤਾ। ਸ਼ੰਭੂ ਬੈਰੀਅਰ ਤੇ ਵੀ 7 ਘੰਟੇ ਕਿਸਾਨਾਂ ਦਾ ਧਰਨਾ ਰਿਹਾ, ਆਵਾਜਾਈ ਠੱਪ ਰਹੀ। ਸਾਡੇ ਨਾਲ ਇਸ ਸਮੇਂ ਪੰਜਾਬ ਬੀਜੇਪੀ ਦੇ ਸੀਨੀਅਰ ਨੇਤਾ ਪ੍ਰਵੀਨ ਬੰਸਲ ਜੀ ਮੌਜੂਦ ਨੇ, ਇਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਇਹਨਾਂ ਦਾ ਸਵਾਗਤ ਕਰਦੇ ਹਾਂ। ਬੰਸਲ ਸਾਹਿਬ, ਸਵਾਗਤ ਹੈ ਸਭ ਤੋਂ ਪਹਿਲਾਂ ਲੁਧਿਆਣਾ ਟਾਈਮਸ ਤੇ। ਥੈਂਕ ਯੂ ਜੀ, ਧੰਨਵਾਦ। ਬੰਸਲ ਸਾਹਿਬ, ਕੱਲ ਕਿਸਾਨਾਂ ਦਾ ਧਰਨਾ ਸੀ, ਜਿਹੜੇ ਤੁਸੀਂ ਕੇਂਦਰ ਦੇ ਵਿੱਚ ਖੇਤੀ ਬਿੱਲ ਲੈ ਕੇ ਆਏ ਹੋ, ਕਿਸਾਨ ਵਿਰੋਧ 'ਚ ਨੇ ਉਹਦੇ। ਸੜਕਾਂ ਤੇ ਕਿਸਾਨ ਉਤਰੇ ਹੋਏ ਨੇ, ਸਾਰੀਆਂ ਸਿਆਸੀ ਪਾਰਟੀਆਂ, ਚਾਹੇ ਉਹ ਕਾਂਗਰਸ ਹੋਵੇ, ਆਮ ਆਦਮੀ ਪਾਰਟੀ ਹੋਵੇ, ਇੱਥੋਂ ਤੱਕ ਕਿ ਤੁਹਾਡੀ ਭਾਈਵਾਲ ਪਾਰਟੀ ਅਕਾਲੀ ਦਲ ਨੇ ਵੀ ਕਿਸਾਨਾਂ ਦਾ ਸਾਥ ਦਿੱਤਾ। ਕੀ ਤੁਹਾਨੂੰ ਲੱਗਦਾ ਕਿਸਾਨਾਂ ਦਾ ਜਿਹੜਾ ਕੱਲ ਧਰਨਾ ਸੀਗਾ ਕੋਈ ਕੇਂਦਰ ਸਰਕਾਰ ਤੇ ਤੁਹਾਡੀ ਸਰਕਾਰ ਤੇ ਅਸਰ ਪਏਗਾ, ਬਿੱਲ ਵਾਪਸ ਲਏ ਜਾਣਗੇ? ਦੇਖੋ, ਸਹੀ ਚੀਜ਼ ਸਹੀ ਰਹਿੰਦੀ ਹੈ, ਗਲਤ ਚੀਜ਼ ਗਲਤ ਰਹਿੰਦੀ ਹੈ।
ਝੂਠ ਝੂਠ ਹੁੰਦਾ ਹੈ, ਸੱਚ ਸੱਚ ਹੁੰਦਾ ਹੈ। ਜੇ ਕਿਸੇ ਝੂਠ ਨੂੰ 100 ਬੰਦੇ ਵੀ ਕਹਿਣ ਤਾਂ ਉਹ ਸੱਚ ਨਹੀਂ ਬਣਦਾ, ਔਰ ਜੇ ਸੱਚ ਦੇ ਖਿਲਾਫ ਕੋਈ 100 ਬੰਦਾ ਵੀ ਖੜਾ ਹੋਵੇ ਤਾਂ ਉਹ ਝੂਠ ਨਹੀਂ ਮੰਨਦਾ। ਉਹ ਇਹੀ 3 ਜਿਹੜੇ ਆਰਡੀਨੈਂਸ ਹੈ, ਇਹ ਇੱਕ ਵੱਡਾ ਸੱਚ ਹੈ, ਇਹ ਵੱਡਾ ਕਿਸਾਨਾਂ ਦਾ ਫਾਇਦਾ ਕਰਨ ਵਾਲੇ ਕਾਨੂੰਨ ਹੈ, ਜਿਹੜੇ ਕਿਸਾਨਾਂ ਦਾ ਕਈ ਦਹਾਕਿਆਂ ਤੋਂ ਕਿਸੇ ਨੇ ਚਿੰਤਾ ਨਹੀਂ ਕੀਤੀ, ਕਿਸੇ ਨੇ ਪਰਵਾਹ ਨਹੀਂ ਕੀਤੀ, ਔਰ ਉਹ ਕਿਸਾਨ ਐਡੀਆਂ ਜ਼ਮੀਨਾਂ ਦੇ ਮਾਲਕ ਹੋਣ ਤੋਂ ਬਾਵਜੂਦ, ਦੇਸ਼ ਵਿਦੇਸ਼ ਦੇ ਅੰਨਦਾਤਾ ਹੋਣ ਦੇ ਬਾਵਜੂਦ ਉਹ ਆਤਮ ਹੱਤਿਆ ਕਰਨ ਨੂੰ ਮਜਬੂਰ ਹੋ ਜਾਣ। ਜੇ ਇਹਦੇ ਲਈ ਹੈ ਤਾਂ ਇਹੀ ਪਾਰਟੀਆਂ ਜਿਨ੍ਹਾਂ ਦੀਆਂ ਪਹਿਲਾਂ ਸਰਕਾਰਾਂ ਰਹੀਆਂ ਇਹੀ ਦੋਸ਼ੀ ਰਹੀਆਂ, ਔਰ ਹੁਣ ਉਹਨਾਂ ਦੀ ਜ਼ਮੀਨ ਖਿਸਕ ਰਹੀ ਹੈ, ਇਸ ਲਈ ਉਹ ਕਿਸਾਨ ਦਾ ਮੋਢਾ ਯੂਜ਼ ਕਰ ਰਹੀਆਂ, ਕਿਸਾਨ ਦੇ ਮੋਢੇ ਤੇ ਰੱਖ ਕੇ ਬੰਦੂਕ ਚਲਾ ਰਹੀਆਂ। ਸੋ ਇਹ ਆਰਡੀਨੈਂਸ ਸਰਕਾਰ ਨੇ ਬੜੀ ਘੋਖ ਕਰਕੇ ਔਰ ਸਾਰੇ ਪ੍ਰਦੇਸ਼ਾਂ ਦੀਆਂ ਸਰਕਾਰਾਂ ਦੇ ਨਾਲ, ਉਹਨਾਂ ਦੇ ਨੁਮਾਇੰਦਿਆਂ ਨਾਲ, ਉਹ ਕਿਸੇ ਵੀ ਪਾਰਟੀ ਦੇ ਹੋਣ, ਉਹਨਾਂ ਨਾਲ ਚਰਚਾ ਕਰਕੇ ਔਰ ਖੇਤੀਬਾੜੀ ਦੇ ਜਿਹੜੇ ਐਕਸਪਰਟਾਈਜ਼ ਹੈ, ਕੋਈ ਪੁਰਾਣੇ ਕੋਈ ਨਵੇਂ, ਜਿਨ੍ਹਾਂ ਨੇ ਖੇਤੀ ਦੇ ਖੇਤਰ 'ਚ ਅਲੱਗ-ਅਲੱਗ ਕੰਮ ਕੀਤੇ ਹੋਏ ਹੈ, ਇਸ ਖੇਤਰ ਦੀ ਤਰੱਕੀ ਕਿੱਦਾਂ ਹੋ ਸਕਦੀ ਹੈ, ਕਿਸਾਨ ਖੁਸ਼ਹਾਲ ਕਿੱਦਾਂ ਹੋ ਸਕਦਾ ਹੈ, ਕਿਸਾਨ ਦੀ ਆਮਦਨ ਕਿੱਦਾਂ ਵਧੀ ਜਾ ਸਕਦੀ ਹੈ, ਇਹ ਬੜੀ ਘੋਖ ਕਰਕੇ ਜਿਹੜੇ ਹੈਗੇ ਇਹ ਕਾਨੂੰਨ 3 ਲਾਗੂ ਕੀਤੇ ਗਏ। ਤੁਸੀਂ ਕਿਹਾ ਕਿ ਵੱਖ-ਵੱਖ ਜਿਹੜੇ ਸਟੇਟਾਂ ਨੇ ਉਹਨਾਂ ਦੇ ਨੁਮਾਇੰਦਿਆਂ ਨੂੰ ਪੁੱਛਿਆ ਗਿਆ ਪਹਿਲਾਂ ਇਹ ਲਾਗੂ ਕਰਨ ਤੋਂ ਪਹਿਲਾਂ, ਕੀ ਪੰਜਾਬ ਦੇ ਮੁੱਖ ਮੰਤਰੀ ਨੂੰ ਪੁੱਛਿਆ ਗਿਆ ਸੀਗਾ ਜਾਂ ਪੰਜਾਬ ਦੇ ਕਿਸੇ ਜੋ ਬਿਊਰੋਕਰੇਟ ਨੇ ਉਹਨਾਂ ਤੱਕ ਖਬਰ ਪਹੁੰਚਾਈ ਗਈ ਸੀ ਕਿ ਵੀ ਇਹ ਅਸੀਂ ਬਿੱਲ ਲਿਆਉਣ ਲੱਗੇ ਹਾਂ? ਦੇਖੋ, ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਪੁੱਛਿਆ ਗਿਆ ਜੀ, ਔਰ ਪੰਜਾਬ ਦੇ ਜਿਹੜੇ ਫਾਈਨੈਂਸ ਮਿਨਿਸਟਰ ਹੈ ਸਰਦਾਰ ਮਨਪ੍ਰੀਤ ਸਿੰਘ ਬਾਦਲ, ਉਹਨਾਂ ਨੇ ਤਾਂ ਬਲਕਿ ਮੀਟਿੰਗ ਦੇ ਅੰਦਰ ਇਹ ਗੱਲ ਕਹੀ ਸੀ ਵੀ ਜਿਹੜੇ ਬਿੱਲਾਂ ਦਾ ਮਸੌਦਾ ਜਿਹੜਾ ਇਹਨਾਂ ਦਾ ਖਰੜਾ ਹੈ, ਉਹ ਸਰਦਾਰ ਮਨਮੋਹਨ ਸਿੰਘ ਜਿਹੜੇ ਭੂਤਪੂਰਵ ਪ੍ਰਧਾਨ ਮੰਤਰੀ ਸੀ ਉਹਨਾਂ ਦੇ ਟਾਈਮ ਬਣਿਆ ਸੀ। ਉਹਨਾਂ ਨੇ ਇਹ ਗੱਲ ਤਾਂ ਕਹੀ ਸੀ ਕਿ ਉਹਨਾਂ ਨੂੰ ਪਤਾ ਸੀ ਵੀ ਇਹ ਜਿਹੜੇ ਕਿਸਾਨਾਂ ਦੇ ਜਿਹੜੇ ਨਵੇਂ ਕਾਨੂੰਨ ਬਣ ਰਹੇ ਹੈ, ਇਹਨਾਂ ਨਾਲ ਕਿਸਾਨ ਤਰੱਕੀ ਕਰੇਗਾ, ਇਸ ਲਈ ਅਸੀਂ ਉਹਦੀ ਕ੍ਰੈਡੀਬਿਲਿਟੀ ਲੈ ਲਈਏ। ਪਰ ਉਹ ਤਾਂ ਸਪੋਰਟ ਕਰਦੇ ਸੀ। ਕੈਪਟਨ ਅਮਰਿੰਦਰ ਸਿੰਘ ਤਾਂ ਕਹਿੰਦੇ ਸਾਡੇ ਤੋਂ ਕਿਸੇ ਨੇ ਪੁੱਛਿਆ ਹੀ ਨਹੀਂਗਾ। ਦੇਖੋ, ਜਿਸ ਕੈਪਟਨ ਨੇ ਈ ਟੈਂਡਰਿੰਗ ਲਾਗੂ ਕੀਤੀ ਹੋਵੇ, ਜਿਹੜਾ APMC ਜਿਹੜਾ ਐਕਟ ਹੈ ਉਹਦੇ 'ਚ ਅਮੈਂਡ ਕਰਕੇ ਕੰਟਰੈਕਟ ਫਾਰਮਿੰਗ ਜਿਹੜੀ ਸੇਲ ਦਾ ਕੰਮ ਸ਼ੁਰੂ ਉਹਨੇ ਅਮੈਂਡਮੈਂਟ ਕਰਕੇ ਸ਼ੁਰੂ ਕੀਤੀ ਹੈ, ਤੇ ਉਹੀ ਕੈਪਟਨ ਵਿਰੋਧ ਕਰ ਰਿਹਾ। ਕੈਪਟਨ ਔਰ ਕਾਂਗਰਸ ਦੇ ਮੈਨੀਫੈਸਟੋ 'ਚ ਲਿਖਿਆ ਹੈ ਵੀ ਅਸੀਂ ਇਹ ਲਾਗੂ ਕਰਾਂਗੇ, ਨੰਬਰ 1। ਨੰਬਰ 2, ਅੱਜ ਤੱਕ ਇਹ ਜਿੰਨੀਆਂ ਜਥੇਬੰਦੀਆਂ, ਜਿੰਨੀਆਂ ਪਾਰਟੀਆਂ, ਇਹ ਕੀ ਡਿਮਾਂਡ ਕਰਦੀਆਂ ਰਹੀਆਂ ਕਿ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰੋ। ਇਹੀ ਮੁੱਦਾ ਹੁੰਦਾ ਸੀ, ਤੇ ਸਵਾਮੀਨਾਥਨ ਦੀ ਸੀ ਰਿਪੋਰਟ ਲਾਗੂ ਕਰਤੀ। ਤੀਸਰੀ ਗੱਲ ਪਰ ਉਹ ਕਹਿੰਦੇ ਕਿ ਟਰੂ ਸਪਿਰਿਟ ਦੇ ਵਿੱਚ ਕਿੱਥੇ ਸਵਾਮੀਨਾਥਨ ਕਮਿਸ਼ਨ। ਸੁਣੋ ਤੀਸਰੀ ਗੱਲ, ਜੋ ਪਹਿਲਾਂ ਅੱਜ ਤੱਕ ਸਿਸਟਮ ਸੀ ਉਹ ਸਿਸਟਮ ਆਲਰੇਡੀ ਚੱਲ ਰਿਹਾ ਹੈ। ਇੱਕ ਇਨਸਾਨ ਮੰਨ ਲਓ ਫਰੂਟ ਖਾ ਰਿਹਾ, ਸੇਬ ਖਾ ਰਿਹਾ, ਅਸੀਂ ਉਹਦਾ ਸੇਬ ਉਸਦੀ ਪਲੇਟ 'ਚੋਂ ਨਹੀਂ ਚੱਕਿਆ, ਉਹਨੂੰ ਕਿਹਾ ਵੀ ਤੂੰ ਖਾ, ਉਹਦੇ ਨਾਲ ਅਸੀਂ ਉਹਨੂੰ ਅੰਬ ਵੀ ਦੇਤਾ, ਅਸੀਂ ਉਹਨੂੰ ਕੇਲਾ ਵੀ ਦੇਤਾ। ਸੇਮ ਉਰੇ ਹੈ, ਜੋ ਸਿਸਟਮ ਪਹਿਲਾਂ ਸਰਕਾਰਾਂ ਦਾ ਸੀ, APMC ਦਾ ਸੀ, MSP ਦਾ ਸੀ, ਮੰਡੀਆਂ ਦਾ ਸੀ, ਉਸ ਨੂੰ ਅਸੀਂ ਕੁਝ ਨਹੀਂ ਛੇੜਿਆ। ਅਸੀਂ ਤਾਂ ਇੱਕ ਆਪਸ਼ਨ ਦੇਤੀ ਵੀ ਭਾਈ ਤੂੰ ਦਿੱਲੀ ਜਾਣਾ, ਤੂੰ ਸ਼ਤਾਬਦੀ 'ਚ ਵੀ ਜਾ ਸਕਦਾ, ਤੇ ਤੂੰ ਜਾ ਰਿਹਾ ਤਾਂ ਅਸੀਂ ਨਵੀਂ ਤੈਨੂੰ ਸੁਪਰਫਾਸਟ ਟ੍ਰੇਨ ਵੀ ਲਾਗੂ ਕਰਨ ਲੱਗੇ ਹਾਂ। ਤੇ ਵਿਰੋਧ ਕਿਸ ਗੱਲ ਦਾ? ਜੇ ਕੋਈ ਚੀਜ਼ ਖੋਈ ਹੋਵੇ, ਜੋ ਕੋਈ ਚੀਜ਼ ਬੰਦ ਕੀਤੀ ਹੋਵੇ, ਕੋਈ ਕਾਨੂੰਨਾਂ 'ਚ ਬਦਲਾਅ ਕੀਤਾ ਹੋਵੇ, ਤਾਂ ਵਿਰੋਧ ਹੈਗਾ। ਕਿਸ ਗੱਲ ਦਾ ਵਿਰੋਧ ਹੈ? ਸਿਰਫ ਤੇ ਸਿਰਫ ਭੋਲੇ ਭਾਲੇ ਕਿਸਾਨਾਂ ਨੂੰ ਇਹ ਪਾਰਟੀਆਂ ਆਪਣੀ ਜ਼ਮੀਨ ਬਚਾਉਣ ਵਾਸਤੇ ਉਹਨਾਂ ਦੇ ਮੋਢੇ ਤੇ ਬੰਦੂਕ ਰੱਖ ਕੇ ਚਲਾ ਰਹੇ। ਕਿਸਾਨ ਕਹਿੰਦੇ ਅਸੀਂ ਤਾਂ ਇਹ ਆਰਡੀਨੈਂਸ ਮੰਗਦੇ ਹੀ ਨਹੀਂ ਸੀ, ਕਿ ਸਾਨੂੰ ਇਸ ਚੀਜ਼ ਦੀ ਲੋੜ ਨਹੀਂ। ਤੁਸੀਂ ਕਿਹਾ ਕਿ ਭਾਰਤ ਦੇ ਵਿੱਚ ਕਿਸਾਨ ਕਿਤੇ ਵੀ ਜਾ ਕੇ ਆਪਣੀ ਫਸਲ ਵੇਚ ਸਕਦਾ। ਪਹਿਲਾਂ ਵੀ ਕਿਹੜੀ ਰੋਕ ਸੀਗੀ ਕਿਸਾਨਾਂ ਨੂੰ? ਉਹ ਤਾਂ ਜਾ ਸਕਦਾ ਸੀ। ਪਹਿਲਾਂ ਬਿਲਕੁਲ ਰੋਕ ਸੀ। ਪਹਿਲਾਂ ਉਹ ਆੜਤੀ ਦੇ ਥਰੂ ਵੇਚਦੇ ਸੀ, ਉਹਨੂੰ ਟੈਕਸ ਲੱਗਦਾ ਸੀ। ਫਿਰ ਜਿਹੜੀ ਸਟੇਟ 'ਚ ਵੇਚਦੇ ਸੀ ਉੱਥੇ ਟੈਕਸ ਲੱਗਦਾ ਸੀ। ਪੂਰੀ ਦੁਨੀਆ ਦੇ ਅੰਦਰ
ਜਿੰਨੇ ਵਪਾਰ ਹੁੰਦੇ ਆ ਉਹ ਕਿਸ ਤਰ੍ਹਾਂ ਹੁੰਦੇ ਆ। ਮੈਂ ਸ਼ਾਲ ਦਾ ਕੰਮ ਕਰਦਾ, ਮੈਂ ਜਿਸ ਤਰ੍ਹਾਂ ਦੀ ਮਰਜ਼ੀ ਸ਼ਾਲ ਬਣਾਵਾਂ, ਸ਼ਾਲ ਬਣਾ ਕੇ ਮੈਂ ਉਹਨੂੰ ਨੈਣੀਤਾਲ ਵੇਚਾਂ, ਮੈਂ ਉਹਨੂੰ ਯੂਪੀ ਵੇਚਾਂ, ਕੇਰਲਾ ਦੇ ਵੇਚਾਂ, ਲੰਡਨ ਜਾ ਕੇ ਵੇਚਾਂ, ਅਮਰੀਕਾ ਜਾ ਕੇ ਵੇਚਾਂ, ਮੇਰਾ ਮਾਲ ਹੈ, ਮੇਰਾ ਪ੍ਰੋਡਕਟ ਹੈ, ਵਧੀਆ ਬਣਾਊਂਗਾ, ਮੈਨੂੰ ਵਧੀਆ ਪੈਸੇ ਮਿਲਣਗੇ। ਤੇ ਉਹ ਰਸਤੇ ਅੱਜ ਤੱਕ ਕਿਸਾਨਾਂ ਵਾਸਤੇ ਬੰਨੇ ਹੋਏ ਸੀ। ਕਿਸਾਨ ਹੁਣ ਉਹਨਾਂ ਦਾ ਫਰੀडम ਹੈ, ਉਹਨਾਂ ਵਾਸਤੇ ਉਹਨਾਂ ਦੀ ਮੰਡੀ ਦਾ ਜਿਹੜਾ ਦਾਇਰਾ ਵੱਧ ਗਿਆ, ਉਹਨਾਂ ਦੇ ਵਪਾਰ ਦਾ ਦਾਇਰਾ ਵੱਧ ਗਿਆ। ਉਹ ਹੁਣ ਆਪਣੇ ਕਿਤੇ ਵੀ ਕਿਸੇ ਤਰ੍ਹਾਂ ਦੀ ਫਸਲ ਉਗਾ ਸਕਦੇ ਆ, ਕਿਤੇ ਵੀ ਵੇਚ ਸਕਦੇ ਆ, ਬਾਕੀ ਵਪਾਰੀਆਂ ਵਾਂਗੂ। ਐਸੀਆਂ ਬੜੀਆਂ ਉਦਾਹਰਨ ਹੈ। ਕਿਸੇ ਬੰਦੇ ਨੇ ਇੱਕ ਹੀਰੋ ਸਾਈਕਲ ਦੀ ਮੈਂ ਤੁਹਾਨੂੰ ਐਗਜ਼ਾਮਪਲ ਲੈਣਾ, ਜਦ ਹੀਰੋ ਸਾਈਕਲ ਲੁਧਿਆਣੇ 'ਚ ਸ਼ੁਰੂ ਹੋਇਆ ਸੀ, ਇੱਕ ਛੋਟੇ ਜਿਹੇ ਨੂੰ ਸ਼ੁਰੂ ਹੋਇਆ ਸੀ। ਅੱਜ ਹੀਰੋ ਸਾਈਕਲ ਦਾ ਪੂਰੀ ਦੁਨੀਆ 'ਚ ਨਾਮ ਹੈ। ਤੇ ਕਿਸੇ ਕਿਸਾਨ ਦਾ ਕਿਉਂ ਨਹੀਂ ਨਾਮ? ਕਿਉਂਕਿ ਕਿਸਾਨਾਂ ਨੂੰ ਬੰਧਨ 'ਚ ਰੱਖਿਆ ਹੋਇਆ ਸੀ, ਕਿਸਾਨ ਨੂੰ ਜਕੜਿਆ ਹੋਇਆ ਸੀ। ਅਸੀਂ ਸਾਰੇ ਬੰਦਰਾਂ 'ਚ ਫ੍ਰੀ ਕਰਤਾ। ਅੱਜ ਕਿਸਾਨ ਬਿਲਕੁਲ ਸੇਫ ਹੈ। ਅਗਲੀ ਗੱਲ, ਅੱਗੇ ਜਿੰਨੀ ਵੀ ਕਿਸਾਨ ਨਾਲ ਕੋਈ ਸੌਦਾ ਕਰਦਾ ਸੀ, ਕੋਈ ਆੜਤੀ ਦੇ ਨਾਲ ਹੋਰ ਹੁੰਦਾ ਸੀ, ਜਾਂ ਕਿਸੇ ਤਰ੍ਹਾਂ ਦੀ ਵੀ ਡਿਸਪਿਊਟ ਦੇ ਅੰਦਰ ਕਿਸਾਨ ਦੀ ਜ਼ਮੀਨ ਉਹਦੇ ਕਾਨੂੰਨੀ ਮਸਲਿਆਂ 'ਚ ਫਸ ਜਾਂਦੀ ਸੀ। ਇਸ ਕਾਨੂੰਨ ਦੇ ਰਾਹੀਂ ਅਸੀਂ ਉਸ ਜ਼ਮੀਨ ਨੂੰ ਫ੍ਰੀ ਕਰਤਾ। ਕਿਸਾਨ ਦਾ ਜਿਹੜਾ ਸੌਦਾ ਹੋਏਗਾ, ਜਿਹੜਾ ਕੰਟਰੈਕਟ ਹੋਏਗਾ, ਉਹ ਫਸਲ ਦਾ ਹੋਏਗਾ। ਉਹਦੇ ਨਾਲ ਜ਼ਮੀਨ ਦਾ ਕੋਈ ਲੇਗਾ ਦੇਗਾ ਨਹੀਂ ਹੈ। ਕੰਟਰੈਕਟਰ ਉਹ ਜ਼ਮੀਨ ਖਰੀਦ ਨਹੀਂ ਸਕਦਾ, ਕੰਟਰੈਕਟਰ ਉਹ ਜ਼ਮੀਨ ਲੀਜ਼ ਤੇ ਨਹੀਂ ਲੈ ਸਕਦਾ, ਜਿਹੜਾ ਕੰਟਰੈਕਟਰ ਹੈ ਉਹ ਜ਼ਮੀਨ ਪੱਟੇ ਤੇ ਕਿਸੇ ਤਰ੍ਹਾਂ ਨਹੀਂ ਲੈ ਸਕਦਾ। ਸੋ ਇਸ ਤੋਂ ਵਧੀਆ ਕਿਸਾਨ ਨੂੰ ਕੀ ਚਾਹੀਦਾ? ਫਿਰ ਜੇ ਕੋਈ ਡਿਸਪਿਊਟ ਹੁੰਦਾ, ਉਹ ਡਿਸਪਿਊਟ ਲੋਕਲ ਲੈਵਲ ਤੱਕ, ਸਪੋਜ਼ ਇੱਕ ਬੰਬੇ ਦੀ ਫਰਮ ਆਉਂਦੀ ਹੈ, ਉਹ ਕਿਸੇ ਕਿਸਾਨ ਨਾਲ ਸੌਦਾ ਕਰਦੀ ਹੈ, ਤਾਂ ਸੌਦੇ 'ਚ ਕੱਲ੍ਹ ਨੂੰ ਡਿਸਪਿਊਟ ਹੁੰਦਾ, ਤਾਂ ਉਹ ਬੜੀਆਂ ਕੰਪਨੀਆਂ ਬੜੇ ਵਕੀਲ ਰੱਖ ਸਕਦੀਆਂ, ਲੇਕਿਨ ਉੱਥੇ ਨਹੀਂ ਜਾਣਾ ਪਏਗਾ। ਕਿਸਾਨ ਦਾ ਮਸਲਾ ਉਹਦੇ ਸ਼ਹਿਰ ਦੇ ਅੰਦਰ ਉਹਦੇ SDM ਤੱਕ ਨਿਬੜੇਗਾ। ਇਸ ਤੋਂ ਵੱਧ ਕੀ ਸੌਖ ਹੋ ਸਕਦੀ ਹੈ? ਤੁਸੀਂ ਕਿਹਾ ਕਿ ਸਾਰੇ ਬੰਧਨਾਂ ਤੋਂ ਛੁਟਕਾਰਾ ਪਾਤਾ। ਜੋ ਪੰਜਾਬ ਦੀ ਜੇਕਰ ਆਪਾਂ ਗੱਲ ਕਰੀਏ, ਜੋ ਕਰੋੜਾਂ ਦਾ ਮੰਡੀ ਸਿਸਟਮ ਹੈ, ਮੰਡੀ ਫੀਸ ਲੱਗਦੀ ਹੈ, ਰੈਵਨਿਊ ਵੀ ਉੱਥੋਂ 5000 ਕਰੋੜ ਦਾ ਪੰਜਾਬ ਨੂੰ ਪੈ ਜਾਂਦਾ, ਉਹ ਸਾਰਾ ਵਿਅਰਥ ਗਿਆ। ਕਿਸ ਤਰ੍ਹਾਂ ਵਿਅਰਥ ਗਿਆ? ਸਰਕਾਰ ਦੀਆਂ ਜਿਹੜੀਆਂ ਆਰਡੀਨੈਂਸ ਤਾਂ ਲਿਖਿਆ ਵੀ ਕਿਸੇ ਕਿਸਮ ਦੀ ਮੰਡੀ ਫੀਸ ਲੱਗੇਗੀ ਨਹੀਂ। ਆਪਾਂ ਕਿਸਾਨ ਦੀ ਗੱਲ ਕਰ ਰਹੇ ਹਾਂ ਕਿ ਹੁਣ ਮੰਡੀਆਂ ਦੀ ਗੱਲ ਕਰ ਰਹੇ ਹਾਂ? ਕਿਹਦੀ ਸਰਕਾਰ ਦੀ ਗੱਲ ਕਰ ਰਹੇ ਹਾਂ? ਕਿਸਾਨਾਂ ਨੇ ਤਾਂ ਮੰਡੀਆਂ 'ਚ ਲੈ ਕੇ ਆਣਾ ਨਾ। ਕਿਸਾਨ ਨੂੰ ਪਹਿਲਾਂ ਆਪਾਂ ਕਿਸਾਨ ਦੀ ਗੱਲ ਕਰੀਏ। ਕਿਸਾਨ ਨੂੰ ਆਪਾਂ ਇਹ ਫਾਇਦਾ ਦਿੱਤਾ। ਹੁਣ ਜਿੱਥੇ ਤੱਕ ਹੈਗੀ ਸਰਕਾਰਾਂ ਦੀ ਡਿਵੈਲਪਮੈਂਟ ਦੀ, ਸਰਕਾਰਾਂ ਕੋਲ ਰਿਸੋਰਸਿਸ ਬਹੁਤ ਹੁੰਦੇ ਆ, ਇਨਕਮ ਦੇ ਬਹੁਤ ਸੋਰਸਿਸ ਹੁੰਦੇ ਆ, ਕਿਸੇ ਤਰ੍ਹਾਂ ਦੀ ਇਨਕਮ ਹੋ ਸਕਦੀ ਹੈ। ਕਿਆ ਕਿਸਾਨਾਂ ਦਾ ਖੂਨ ਨਿਚੋੜਨਾ? ਅੱਜ ਤੱਕ ਜਿਹੜੀ ਸਰਕਾਰਾਂ ਹੈ ਉਹਨਾਂ ਨੇ ਕਿਸਾਨਾਂ ਦਾ ਖੂਨ ਨਿਚੋੜਦੇ ਰਹੇ ਆ। ਲੇਕਿਨ ਮੋਦੀ ਸਰਕਾਰ ਨੇ ਇਹ ਵਾਅਦਾ ਕੀਤਾ ਸੀ ਵੀ ਕਿਸਾਨਾਂ ਦੀ ਆਮਦਨ 2022 ਤੱਕ ਦੁੱਗਣੀ ਹੋਏਗੀ। ਜੇ ਇਹ ਬਿੱਲ ਦੇ ਨਾਲ ਐਸੇ ਬੜੀਆ ਐਗਜ਼ਾਮਪਲ ਹੈ। ਅੱਜ ਅਖਬਾਰ 'ਚ ਮੈਂ ਪੜ੍ਹਿਆ ਸੀ, ਮੋਗਾ ਦਾ ਇੱਕ ਕਿਸਾਨ ਹੈ, ਉਹਦੇ ਕੋਲ ਜਸਟ 15 ਏਕੜ ਜ਼ਮੀਨ ਸੀ, ਅੱਜ ਉਹ 50-60 ਏਕੜ ਜ਼ਮੀਨ ਦਾ ਮਾਲਕ ਹੈ। ਕਿਉਂ? ਉਹਨੇ ਕੰਟਰੈਕਟ ਫਾਰਮਿੰਗ ਸ਼ੁਰੂ ਕੀਤੀ, ਉਹਨੇ ਉਸ ਤਰ੍ਹਾਂ ਦਾ ਸਮਾਨ ਪੈਦਾ ਕਰਨਾ ਸ਼ੁਰੂ ਕੀਤਾ। ਅੱਜ ਕੋਈ ਆਲੂ ਹੈ, ਕੋਈ ਆਲੂ ਮੰਨ ਲਓ ਕੋਈ 2 ਰੁਪਏ ਕਿਲੋ ਵੇਚਦਾ, ਜਾ ਕੇ ਮੰਡੀ 'ਚ 20 ਰੁਪਏ ਕਿਲੋ ਵੇਚਦਾ। ਜਿਹੜਾ 18 ਰੁਪਏ ਕਿਲੋ ਦਾ ਗੈਪ ਹੈ, ਇਹ ਵਿਚੋਲੀਆ ਖਾਂਦੇ ਸੀ। ਹੁਣ ਉਹ 18 ਰੁਪਏ ਸਿੱਧਾ ਕਿਸਾਨ ਨੂੰ ਜਾਣਗੇ। ਉਹ ਕੁਆਲਿਟੀ ਜਿਹੜਾ ਉਹ ਕੁਆਲਿਟੀ ਬਣਾਏਗਾ, ਉਹੋ ਜਿਹਾ ਉਹਦੀ ਰੇਟ ਮਿਲੇਗਾ ਉਹਨੂੰ। ਤੁਸੀਂ ਕਿਹਾ ਕਿ ਕੰਟਰੈਕਟ ਫਾਰਮਿੰਗ ਫਸਲ ਦਾ ਕੰਟਰੈਕਟ ਹੋਏਗਾ, ਕਿਸਾਨ ਦੀ ਜ਼ਮੀਨ ਦਾ ਨਹੀਂ ਕੰਟਰੈਕਟ ਹੋਏਗਾ, ਪਰ ਉਸ ਦੀ ਕੀ ਗਰੰਟੀ ਹੈ ਕਿ ਜੋ ਉਹਦੇ ਫਸਲ ਦਾ ਰੇਟ ਹੈ, ਜੋ MSP ਹੈ, ਉਹੀ ਉਸ ਨੂੰ ਮਿਲੇਗਾ, ਉਸ ਤੋਂ ਘੱਟ? ਕਿਉਂਕਿ MSP ਦਾ ਲਗਾਤਾਰ ਇਹੀ ਮੁੱਦਾ ਉਠਾਇਆ ਜਾ ਰਿਹਾ ਕਿ ਆਰਡੀਨੈਂਸ 'ਚ ਕਿਤੇ MSP ਦਾ ਜ਼ਿਕਰ ਨਹੀਂ ਕੀਤਾ ਗਿਆ, ਕਿਉਂਕਿ ਜੋ ਹੋਣਾ ਤਾਂ ਆਰਡੀਨੈਂਸ ਦੇ ਹਿਸਾਬ ਨਾਲ ਹੋਣਾ। ਦੇਖੋ, ਆਰਡੀਨੈਂਸ 'ਚ ਜਿਹੜਾ MSP ਜਿਸ ਤਰ੍ਹਾਂ ਦਾ ਸਿਸਟਮ ਪਹਿਲਾਂ ਚੱਲ ਰਿਹਾ ਸੀ, ਉਹਨੂੰ ਬਿਲਕੁਲ ਟੱਚ ਨਹੀਂ ਕੀਤਾ, ਉਹਨੂੰ ਬਿਲਕੁਲ ਛੇੜਿਆ ਨਹੀਂ। ਉਹ ਬਿਲਕੁਲ ਆਲਰੇਡੀ ਚੱਲਦਾ ਪਿਆ। ਇੱਕ ਪੈਰਲਲ ਸਿਸਟਮ ਸ਼ੁਰੂ ਕੀਤਾ। ਕਿਸਾਨ ਨੂੰ ਇੱਕ ਆਪਸ਼ਨ ਮਿਲ ਗਈ ਵੀ ਜੇ ਤੇਰੀ ਫਸਲ ਦਾ ਭਾਅ ਤੈਨੂੰ ਮੰਡੀ ਸਰਕਾਰੀ ਮੰਡੀਆਂ 'ਚ ਵੱਧ ਮਿਲਦਾ, ਤੁਸੀਂ ਉੱਥੇ ਵੇਚ ਸਕਦੇ ਹੋ। ਜੇ ਤੁਹਾਡੀ ਫਸਲ ਦਾ ਜਿਹੜਾ ਭਾਅ ਹੈ ਬਾਹਰਲੀ ਮੰਡੀ ਤੈਨੂੰ ਵੱਧ ਮਿਲ ਸਕਦਾ, ਤੁਸੀਂ ਉੱਥੋਂ ਵੇਚ ਸਕਦੇ ਹੋ। ਜੇ ਤੁਹਾਡੀ ਫਸਲ ਹਰਿਆਣੇ 'ਚ ਤੁਹਾਨੂੰ ਵੱਧ ਮਿਲ ਸਕਦਾ, ਤੁਸੀਂ ਉੱਥੇ ਵੇਚ ਸਕਦੇ ਹੋ। ਤੁਹਾਡੀ ਫਸਲ ਦਾ ਭਾਅ ਉੱਤਰਾਖੰਡ 'ਚ ਵੱਧ ਮਿਲ ਸਕਦਾ, ਤੁਸੀਂ ਉੱਥੇ ਵੇਚ ਸਕਦੇ ਹੋ। ਐਗਜ਼ਾਮਪਲ ਹੈ, ਆਲੂ ਹੈ। ਆਲੂ ਇੱਕ ਸਬਜ਼ੀ ਵਾਸਤੇ ਆਪਾਂ ਦੇਖਦੇ ਹਾਂ ਕਿ 2-4 ਰੁਪਏ ਕਿਲੋ ਵਿਕਦਾ ਹੈ, ਲੇਕਿਨ ਉਹੀ ਆਲੂ ਜਿਸ ਟਾਈਮ ਅਸੀਂ ਚਿਪਸ ਵਾਲਿਆਂ ਨੂੰ ਸਪਲਾਈ ਕਰੀਏ, ਉਹੀ ਆਲੂ ਅਸੀਂ ਮੈਕਡੀ ਨੂੰ ਸਪਲਾਈ ਕਰੀਏ, ਐਸੀਆਂ ਵੱਡੀਆਂ ਜਿਹੜੀਆਂ ਫੂਡ ਉਸ 'ਚ ਕੰਮ ਕਰਦੀਆਂ, ਤਾਂ ਆਲੂ ਕਈ ਗੁਣਾ 20-30 ਗੁਣਾ ਵੱਧ ਵਿਕਦਾ। ਸੋ ਐਸੇ ਪ੍ਰੋਡਕਟ ਜਿਹੜੇ ਇਸ ਤਰ੍ਹਾਂ ਕਿਸਾਨਾਂ ਨੂੰ ਆਜ਼ਾਦੀ ਹੋਏਗੀ ਤਾਂ ਕਿਸਾਨ ਬਹੁਤ ਆਰਥਿਕ ਦ੍ਰਿਸ਼ਟੀ ਨਾਲ ਮਜ਼ਬੂਤ ਹੋਏਗਾ। ਤੁਸੀਂ ਕਿਹਾ ਕਿ ਕਿਸਾਨਾਂ ਨੂੰ ਪਾਰਟੀਆਂ ਗੁੰਮਰਾਹ ਕਰ ਰਹੀਆਂ ਨੇ ਆਪਣੀ ਜ਼ਮੀਨ ਬਚਾਉਣ ਦੇ ਲਈ। ਕਿਸਾਨ ਗੁੰਮਰਾਹ ਹੋ ਕਿਉਂ ਰਹੇ ਨੇ?
ਕਿ ਕਿਸਾਨ ਇੰਨੇ ਪਾਗਲ ਨੇ ਕਿ ਉਹ ਕਿਸੇ ਦੀਆਂ ਵੀ ਗੱਲਾਂ 'ਚ ਆ ਕੇ ਗੁੰਮਰਾਹ ਹੋ ਰਹੇ ਨੇ? ਕਿਸਾਨ ਬਹੁਤ ਸਮਝਦਾਰ ਹੈ, ਪਰ ਕਿਸਾਨ ਇਮੋਸ਼ਨਲ ਹੈ। ਅੱਜ ਤੱਕ ਇਹ ਸਰਕਾਰਾਂ ਨੇ ਜਦ ਵੀ ਕਾਨੂੰਨ ਬਣਾਇਆ, ਉਹਨਾਂ ਦਾ ਹਿਡਨ ਏਜੰਡਾ ਰਿਹਾ, ਉਹ ਕਿਸਾਨ ਨੂੰ ਧੋਖਾ ਦਿੰਦੇ ਰਹੇ। ਅੱਜ ਕਿਸਾਨ ਨੂੰ ਲੱਗਦਾ ਹੈ, ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਵੀ ਦੁੱਧ ਦਾ ਜਲਿਆ ਲੱਸੀ ਨੂੰ ਵੀ ਫੂਕ ਪੈਂਦਾ, ਅੱਜ ਕਿਸਾਨ ਉਹੀ ਦੁੱਧ ਉਹਨੂੰ ਲੱਸੀ ਨੂੰ ਫੂਕ ਕੇ ਪੀਣ ਦੀ ਕੋਸ਼ਿਸ਼ ਕਰ ਰਿਹਾ। ਉਹਨੂੰ ਸਮਝ ਨਹੀਂ ਆ ਰਹੀ, ਉਹਨੂੰ ਲੱਗਦਾ ਵੀ ਸ਼ਾਇਦ ਇਹ ਮੋਦੀ ਸਾਹਿਬ ਦਾ ਵੀ ਜਿਹੜਾ ਹੈਗਾ ਕਿਰਦਾਰ ਉਹ ਐਸੀਆਂ ਪਾਰਟੀਆਂ ਦਾ ਹੀ ਕਿਰਦਾਰ ਹੈ, ਇਸ ਲਈ ਕਿਸਾਨ ਉਹਨਾਂ ਦੇ ਧੋਖੇ 'ਚ ਹੈ। ਲੇਕਿਨ 2-4-6 ਮਹੀਨੇ 'ਚ ਸਾਰਾ ਕੁਝ ਕਲੀਅਰ ਹੋ ਜਾਣਾ ਹੈ। ਜਦ ਉਹਨਾਂ ਦੀ ਫਸਲ ਚੱਕੀ ਜਾਣੀ ਹੈ, ਜਦ ਉਹਨਾਂ ਨੂੰ 2 ਰਸਤੇ ਮਿਲਣੇ ਹੈ, ਜਦ ਉਹਨਾਂ ਨੂੰ ਪਤਾ ਲੱਗਣਾ ਵੀ ਆਂਢ ਗੁਆਂਢ ਦੇ ਕਿਸਾਨ ਤਰੱਕੀ ਕਰ ਗਏ, ਜਦ ਨਵੀਂ ਟੈਕਨੋਲੋਜੀ ਆਣੀ ਹੈ ਔਰ ਇਸ ਫੀਲਡ ਦੇ ਅੰਦਰ ਨਵੇਂ ਇਨਵੈਸਟਰਸ ਆਉਣਗੇ, ਨਵੇਂ ਇਨਵੈਸਟਰਸ ਆ ਕੇ ਨਵੀਆਂ ਉਹਨਾਂ ਦੀਆਂ ਪ੍ਰਪੋਜ਼ਲਸ ਹੋਣਗੀਆਂ, ਉਹ ਅਲਟੀਮੇਟਲੀ ਫਾਇਦਾ ਕਿਹਨੂੰ ਮਿਲਣਾ? ਕਿਉਂਕਿ ਵਿੱਚ ਸਾਰੇ ਜਿਹੜੇ ਵਿਚੋਲੀਆ ਖਤਮ, ਸਿੱਧਾ ਕਿਸਾਨ ਸਿੱਧਾ ਉਹਨੂੰ ਬਾਹਰ ਨੂੰ ਵੇਚੇਗਾ। ਸੋ ਇਹਦਾ ਅਲਟੀਮੇਟ ਜਿਹੜਾ ਫਾਇਦਾ ਹੋਏਗਾ ਸਿਰਫ ਤੇ ਸਿਰਫ ਕਿਸਾਨ ਨੂੰ ਹੋਏਗਾ। ਬੰਸਾ, ਆਪਾਂ ਤੁਹਾਡੀ ਭਾਈਵਾਲ ਪਾਰਟੀ ਅਕਾਲੀ ਦਲ ਦੀ ਗੱਲ ਕਰੀਏ ਤਾਂ ਉਹ ਵੀ ਕਿਸਾਨਾਂ ਦੇ ਨਾਲ ਖੜੀ ਹੈ, ਤੁਹਾਡੇ ਇਸ ਬਿੱਲ ਦੇ ਵਿਰੋਧ ਵਿੱਚ ਹੈ ਤੇ ਆਪਣੀ ਵਜ਼ਾਰਤ ਤੋਂ ਵੀ ਕੈਬਨਿਟ ਦੀ ਉੱਥੋਂ ਅਸਤੀਫਾ ਦੇ ਕੇ ਇੱਥੇ ਪੰਜਾਬ ਦੇ ਕਿਸਾਨਾਂ ਨਾਲ ਕਹਿੰਦੇ ਅਸੀਂ ਖੜੇ ਹਾਂ, ਅਸੀਂ ਇਸ ਬਿੱਲ ਦਾ ਵਿਰੋਧ ਕਰਦੇ ਹਾਂ। ਉਹ ਉਹਨਾਂ ਦੀ ਆਪਣੀ ਸੋਚ ਹੈ, ਉਹਨਾਂ ਦੀ ਉਹਨਾਂ ਦੇ ਪੈਰਾਮੀਟਰਸ ਹੈ, ਉਹਨਾਂ ਦਾ ਵੋਟ ਬੈਂਕ ਹੈ, ਉਹਨਾਂ ਦੀ ਆਪਣੀ ਸਟ੍ਰੈਟਜੀ ਹੈ। ਲੇਕਿਨ ਭਾਰਤੀ ਜਨਤਾ ਪਾਰਟੀ ਕਿਸਾਨ ਨਹੀਂ, ਸਾਡਾ ਨਾਰਾ ਹੈ ਸਭ ਦਾ ਸਾਥ, ਸਭ ਦਾ ਵਿਕਾਸ, ਸਭ ਦਾ ਵਿਸ਼ਵਾਸ। ਅਸੀਂ ਹਰ ਇੱਕ ਦੇਸ਼ ਦੇ ਵਾਸੀ ਵਾਸਤੇ, ਕਿਸੇ ਕੋਲ ਮਕਾਨ ਨਹੀਂ ਹੈ ਅਸੀਂ ਉਹਦੀ ਵੀ ਚਿੰਤਾ ਕਰਨੀ ਹੈ, ਕਿਸੇ ਕੋਲ ਸਿਲੰਡਰ ਨਹੀਂ ਹੈ ਅਸੀਂ ਉਹਦੀ ਵੀ ਚਿੰਤਾ ਕਰਨੀ ਹੈ, ਜਿਹਦੇ ਕੋਲ ਸ਼ੌਚਾਲਿਆ ਨਹੀਂ ਬਣਿਆ ਅਸੀਂ ਉਹਦੀ ਵੀ ਚਿੰਤਾ ਕਰਨੀ ਹੈ, ਜਿਹਦੇ ਘਰ ਬਿਜਲੀ ਨਹੀਂ ਪਹੁੰਚੀ ਅਸੀਂ ਉਹਦੀ ਵੀ ਚਿੰਤਾ ਕਰਨੀ ਹੈ। ਸੋ ਦੇਸ਼ ਦੇ ਹਰ ਇੱਕ ਨਾਗਰਿਕ ਦੀ ਚਿੰਤਾ ਕਰਨਾ ਸਾਡਾ ਧਰਮ ਹੈ ਔਰ ਅਸੀਂ ਉਹ ਕਰ ਰਹੇ ਹਾਂ। ਜੇ ਆਪਾਂ 2022 ਦੀਆਂ ਚੋਣਾਂ ਦੇ ਵਾਸਤੇ ਗੱਲ ਕਰੀਏ, ਪੰਜਾਬ ਦੀਆਂ 2022 ਚੋਣਾਂ ਹੋਣੀਆਂ, ਕਰੀਬ 1.5 ਸਾਲ ਰਹਿ ਗਿਆ, ਕੋਈ ਬਹੁਤਾ ਸਮਾਂ ਨਹੀਂ ਆਪਾਂ ਕਵਾਂਗੇ ਕਿ ਰਹਿ ਗਿਆ। ਕੀ ਬੀਜੇਪੀ ਅਕਾਲੀ ਦਲ ਦੇ ਨਾਲ ਰਲ ਕੇ ਹੀ ਚੋਣਾਂ ਲੜੇਗੀ? ਦੇਖੋ, ਤੁਹਾਡਾ ਬੜਾ ਵਾਜਿਬ ਸਵਾਲ ਹੈ ਔਰ ਅੱਜ ਦੇ ਮਾਹੌਲ ਦੇ ਹਿਸਾਬ ਨਾਲ ਸਵਾਲ ਤੁਸੀਂ ਕੀਤਾ, ਪਰ ਅਸੀਂ ਪਰਿਵਾਰ 'ਚ ਵੀ ਹੁੰਦੇ ਹਾਂ, ਅਸੀਂ ਕੋਈ ਇਕੱਠੀ ਆਰਗੇਨਾਈਜੇਸ਼ਨ 'ਚ ਵੀ ਕੰਮ ਕਰਦੇ ਹਾਂ। ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਅਲੱਗ-ਅਲੱਗ ਪਾਰਟੀਆਂ, ਉਹਨਾਂ ਦੀ ਅਲੱਗ-ਅਲੱਗ ਥਾਟਸ ਹੈ, ਅਲੱਗ-ਅਲੱਗ ਉਹਨਾਂ ਦਾ ਵੋਟ ਬੈਂਕ ਹੈ ਔਰ ਆਪਣੀ ਅਲੱਗ-ਅਲੱਗ ਉਹਨਾਂ ਦੀ ਸਟ੍ਰੈਟਜੀ ਹੈ। ਅਸੀਂ ਅਲਾਇੰਸ ਕੀਤਾ, ਇੱਕ ਦੂਜੇ 'ਚ ਅਮਰਜ ਨਹੀਂ ਹੋਏ, ਠੀਕ ਹੈ। ਔਰ ਜਿਸ ਟਾਈਮ ਤੁਹਾਨੂੰ ਜਿਸ ਤਰ੍ਹਾਂ ਦੱਸਿਆ ਵੀ ਅਸੀਂ ਪਰਿਵਾਰ 'ਚ ਕੰਮ ਕਰਦੇ ਹਾਂ ਜਾਂ ਅਸੀਂ ਮਾਂ ਪੁੱਤ ਪਿਓ ਦਾ ਵੀ ਕਈ ਚੀਜ਼ਾਂ 'ਚ ਡਿਫਰੈਂਸ ਆਫ ਓਪੀਨੀਅਨ ਹੋ ਸਕਦਾ, ਪਰ ਇਹ ਥੋੜ੍ਹਾ ਵੀ ਉਹ ਅਸੀਂ ਘਰ ਹੀ ਟੁੱਟ ਜਾਣਾ। ਉਹ ਠੀਕ ਹੈ, ਇੱਕ ਮੁੱਦੇ ਤੇ ਸਾਡੀ ਨਹੀਂ ਬਣੀ, ਲੇਕਿਨ ਅਸੀਂ ਚੋਣਾਂ ਇਕੱਠੇ ਲੜਾਂਗੇ, ਅਸੀਂ ਇਕੱਠੀਆਂ ਲੜੀਆਂ, ਅਸੀਂ 10 ਸਾਲ ਸਰਕਾਰ ਚਲਾਈ ਹੈ ਔਰ ਪੰਜਾਬ ਨੂੰ ਇੱਕ ਵਿਜ਼ੀਬਲ ਵਿਕਾਸ ਦਿੱਤਾ, ਡਿਵੈਲਪਮੈਂਟ ਦਿੱਤੀ ਹੈ। ਜੇ ਤੁਸੀਂ ਕਹਿ ਰਹੇ ਹੋ ਕਿ ਇਕੱਠੇ ਚੋਣਾਂ ਲੜਾਂਗੇ ਤਾਂ ਫਿਰ ਸੀਟਾਂ ਦੀ ਇਸ ਵਾਰ ਵੰਡ ਕਿਸ ਤਰ੍ਹਾਂ ਹੋਏਗੀ? ਤੁਸੀਂ ਐਤਕੀ ਸੀਟਾਂ ਵੱਧ ਲਓਗੇ ਅਕਾਲੀ ਦਲ ਤੋਂ, ਕਿਸ ਤਰ੍ਹਾਂ ਮਤਲਬ ਸੀਟਾਂ ਦੀ ਵੰਡ ਹੋਊਗੀ? ਦੇਖੋ, ਮੈਂ ਇੱਕ ਭਾਰਤੀ ਜਨਤਾ ਪਾਰਟੀ ਦਾ ਛੋਟਾ ਜਿਹਾ ਕਾਰਜਕਰਤਾ, ਇਹ ਪ੍ਰਵੀਨ ਬਾਂਸਲ ਦਾ ਅਖਤਿਆਰ ਨਹੀਂ ਹੈ, ਇਹ ਕੇਂਦਰ ਨੇ ਤੈਅ ਕਰਨਾ ਜੀ। ਤੇ ਜੇਕਰ ਆਪਾਂ ਗੱਲ ਕਰੀਏ ਤਾਂ ਕਿਸਾਨ ਹੁਣ ਤੁਹਾਡੇ ਇਸ ਸਮੇਂ ਦੀ ਆਪਾਂ ਗੱਲ ਕਰੀਏ ਗਰਾਊਂਡ ਰਿਐਲਿਟੀ ਦੀ, ਤਾਂ ਕਿਸਾਨ ਤੁਹਾਡੇ ਵਿਰੋਧ ਦੇ ਵਿੱਚ ਹੈ ਇਸ ਬਿੱਲ ਦੇ ਕਰਕੇ, ਪਰ ਤੁਸੀਂ ਵੀ ਆਪਣੀ ਪਾਰਟੀ ਦੀ ਹੁਣ ਇਲੈਕਸ਼ਨਾਂ ਵਾਸਤੇ ਗਰਾਊਂਡ ਬਣਾਉਣੀ ਹੈ। ਹਰੇਕ ਹੀ ਬੰਦਾ ਜਦੋਂ ਥੋੜ੍ਹਾ ਸਮਾਂ ਰਹਿ ਜਾਂਦਾ ਇਲੈਕਸ਼ਨ ਨੂੰ, ਹਰੇਕ ਪਾਰਟੀ ਆਪਣੀ ਗਰਾਊਂਡ ਬਣਾਉਂਦੀ ਹੈ, ਪਰ ਤੁਹਾਡੇ ਇਸ ਬਿੱਲ ਲਿਆਉਣ ਦੇ ਨਾਲ ਤੁਹਾਡਾ ਗ੍ਰਾਫ ਜਿਹੜਾ ਪੰਜਾਬ ਦਾ ਕਿਸਾਨਾਂ ਦੇ ਮੁੱਦੇ 'ਤੇ ਥੋੜ੍ਹਾ ਡਾਊਨ ਗਿਆ। ਕਿ ਕਿਸਾਨ ਤੁਹਾਡੇ 'ਚ ਵਿਸ਼ਵਾਸ ਜਤਾਉਣਗੇ? ਦੇਖੋ, ਪਹਿਲਾਂ ਜਨਸੰਘ ਦੇ ਰੂਪ 'ਚ, ਫਿਰ ਭਾਰਤੀ ਜਨਤਾ ਪਾਰਟੀ ਦੇ ਰੂਪ 'ਚ, ਅੱਜ ਭਾਰਤੀ ਜਨਤਾ ਪਾਰਟੀ ਹਿੰਦੁਸਤਾਨ ਨਹੀਂ ਦੁਨੀਆ ਦੀ ਸਭ ਤੋਂ ਬੜੀ ਪਾਰਟੀ ਹੈ ਔਰ ਕੋਈ ਪਾਰਟੀ ਐਵੇਂ ਨਹੀਂ ਵਿਸ਼ਵ ਦੀ ਸਭ ਤੋਂ ਬੜੀ ਪਾਰਟੀ ਬਣ ਜਾਂਦੀ। ਸਾਡੀਆਂ ਰੂਟਸ ਬੜੀਆਂ ਗਹਿਰੀਆਂ ਔਰ ਜਿਸ ਮੁੱਦਿਆਂ ਨੂੰ ਲੈ ਕੇ ਅਸੀਂ ਕੰਮ ਸ਼ੁਰੂ ਕੀਤਾ ਸੀ, ਐਗਜ਼ਾਮਪਲ ਦੇ ਤੌਰ 'ਤੇ ਅਸੀਂ 370 ਦੀ ਗੱਲ ਉਦੋਂ ਵੀ ਕਰਦੇ ਸੀ, ਅੱਜ ਵੀ ਕਰਦੇ ਹਾਂ। ਸਿਵਲ ਕੋਡ ਦੀ ਗੱਲ ਅਸੀਂ ਉਦੋਂ ਵੀ ਕਰਦੇ ਸੀ, ਅੱਜ ਵੀ ਕਰਦੇ ਹਾਂ ਔਰ ਉਹਨੂੰ ਲਾਗੂ ਵੀ ਕੀਤਾ। ਸੋ ਅੱਜ ਵੀ ਅਸੀਂ ਆਪਣੇ ਮੁੱਦਿਆਂ 'ਤੇ ਖੜ੍ਹੇ ਹਾਂ। ਸਾਨੂੰ ਇਸ ਗੱਲ ਦੀ ਅਸੀਂ ਕੋਖ ਕੀਤੀ ਹੈ ਵੀ ਕਿਸਾਨਾਂ ਦੀ ਤਰੱਕੀ ਵਾਸਤੇ ਇਹ ਮੁੱਦੇ ਜ਼ਰੂਰੀ ਹੈ ਔਰ ਜੇ ਕਿਸਾਨ ਤਰੱਕੀ ਕਰੇਗਾ ਤਾਂ ਹੀ ਸਾਡਾ ਦੇਸ਼ ਤਰੱਕੀ ਕਰੇਗਾ। ਇਸ ਲਈ ਦੇਸ਼ ਦੇ ਹਿੱਤ ਦੇ ਵਿੱਚ ਤੇ ਕਿਸਾਨਾਂ ਦੇ ਹਿੱਤ ਵਿੱਚ ਇਹ ਅਸੀਂ ਕਾਨੂੰਨ ਲਾਗੂ ਕੀਤੇ हैं। ਕਹਿੰਦੇ हाथ कंगन को आरसी क्या, पढ़े लिखे को फारसी क्या।
ਇਹ ਕੁਝ ਦਿਨਾਂ 'ਚ ਮਹੀਨਿਆਂ 'ਚ ਕਲੀਅਰ ਹੋ ਜਾਣਾ। ਬੀਜੇਪੀ ਹਰ ਵਾਰੀ ਅਸਫਲ ਕਿਉਂ ਰਹਿ ਜਾਂਦੀ ਹੈ ਲੋਕਾਂ ਨੂੰ ਸਮਝਾਉਣ ਦੇ ਵਿੱਚ? ਪਿਛਲੀ ਵਾਰੀ ਜਦੋਂ ਸੀਏ ਆਇਆ ਸੀਗਾ ਤਾਂ ਉਦੋਂ ਵੀ ਕਾਫੀ ਲੋਕਾਂ ਨੇ ਜਿਹੜਾ ਇਸ ਦਾ ਸੀਏ ਦਾ ਵਿਰੋਧ ਕੀਤਾ ਸੀਗਾ, ਪਰ ਚਲੋ ਕਰੋਨਾ ਕਾਲ ਵਿੱਚ ਆ ਗਿਆ, ਸੀਏ ਦਾ ਮੁੱਦਾ ਦਬ ਗਿਆ। ਹੁਣ ਕਿਸਾਨਾਂ ਦਾ ਇਹ ਮੁੱਦਾ ਆਇਆ, ਬੀਜੇਪੀ ਇੱਥੇ ਵੀ ਲੋਕਾਂ ਨੂੰ ਸਮਝਾਉਣ ਦੇ ਵਿੱਚ ਅਸਫਲ ਰਹੀ ਹੈ। ਜਦ ਬੀਜੇਪੀ ਆਪਣੀ ਕੋਈ ਪਾਲਿਸੀ ਲੈ ਕੇ ਆਉਂਦੀ ਹੈ ਲੋਕਾਂ ਤੱਕ ਕਿਉਂ ਨਹੀਂ ਪਹੁੰਚ ਕਰਦੀ, ਲੋਕਾਂ ਨੂੰ ਸਮਝਾਉਂਦੀ ਕਿਉਂ ਨਹੀਂ ਵੀ ਇਹ ਸਾਡੀ ਪਾਲਿਸੀ ਹੈ? ਫਿਰ ਜਦੋਂ ਉਹ ਲੋਕ ਵਿਰੋਧ ਕਰਦੇ ਨੇ, ਤੁਸੀਂ ਲੋਕ ਕਹਿੰਦੇ ਹੋ ਕਿ ਸਿਆਸੀ ਪਾਰਟੀਆਂ ਗੁੰਮਰਾਹ ਕਰਦੀਆਂ ਨੇ, ਜਦ ਤੁਸੀਂ ਉਹਨਾਂ ਨੂੰ ਸਮਝਾਓਗੇ ਹੀ ਨਹੀਂ ਫਿਰ ਤਾਂ ਗੁੰਮਰਾਹ ਹੀ ਹੋਊਗਾ ਕਿਸਾਨ। ਦੇਖੋ 1947 ਤੋਂ ਬਾਅਦ ਜ਼ਿਆਦਾਤਰ ਇਸ ਦੇਸ਼ ਦੇ ਉੱਪਰ ਕਾਂਗਰਸ ਜਾਂ ਉਹਦੀਆਂ ਸਪੋਰਟਿੰਗ ਪਾਰਟੀਆਂ ਦਾ ਰਾਜ ਰਿਹਾ। ਬੀਜੇਪੀ ਦਾ ਰਾਜ ਕੁਛ ਦੇਰ ਸਾਡਾ ਜਿਹੜਾ ਅਟਲ ਬਿਹਾਰੀ ਵਾਜਪਾਈ ਜੀ ਦੇ ਅਲਾਇੰਸ ਔਰ ਉਸ ਤੋਂ ਬਾਅਦ ਮੋਦੀ ਸਾਹਿਬ ਦਾ ਅਲਾਇੰਸ, ਔਰ ਇਸ ਪੂਰੇ ਦੌਰ ਦੇ ਅੰਦਰ ਕਾਂਗਰਸ ਤੇ ਉਹਦੀਆਂ ਜਿਹੜੀਆਂ ਸਪੋਰਟਿੰਗ ਪਾਰਟੀਆਂ, ਉਹਦੀਆਂ ਅਲਾਇੰਸ ਪਾਰਟੀਆਂ, ਉਹਨਾਂ ਨੇ ਦੇਸ਼ ਦੇ ਹਿੱਤ 'ਚ ਕੰਮ ਨਹੀਂ ਕੀਤਾ। ਉਹਨਾਂ ਨੇ ਆਪਣੇ ਸੈੱਲ ਕਾਇਮ ਕੀਤੇ ਹੈ, ਚਾਹੇ ਯੂਨੀਵਰਸਿਟੀਜ਼ ਦੇ ਅੰਦਰ ਜਾਂ ਹੋਰ ਅਲੱਗ-ਅਲੱਗ ਤਰ੍ਹਾਂ ਦੇ ਬੁੱਧੀਜੀਵੀਆਂ ਦੇ ਅੰਦਰ ਬੜਾ ਕੁਛ ਉਹਨਾਂ ਨੇ ਕੀਤਾ ਹੈ। ਔਰ ਉਹਨਾਂ ਦੇ ਨਾਲ ਉਹ ਇਸ ਹੱਦ ਤੱਕ ਗਿਰ ਜਾਂਦੇ ਹੈ ਕਿ ਬੀਜੇਪੀ ਦਾ ਵਿਰੋਧ ਕਰਦੇ ਕਰਦੇ ਉਹ ਇਸ ਤਰ੍ਹਾਂ ਦੇ ਬਿਆਨ ਦੇ ਦਿੰਦੇ ਆ ਵੀ ਇੰਟਰਨੈਸ਼ਨਲ ਕੋਰਟ ਆਫ ਜਸਟਿਸ 'ਚ ਪਾਕਿਸਤਾਨ ਨੇ ਸਾਡੇ ਲੀਡਰਾਂ ਦੇ ਬਿਆਨ ਸਬੂਤ ਦੇ ਵਜੋਂ ਪੇਸ਼ ਕੀਤੇ ਸੀ। ਸੋ ਉਹਨਾਂ ਦੇ ਜੈਕ ਇਸ ਤਰ੍ਹਾਂ ਦੇ, ਉਹਨਾਂ ਦਾ ਨੈਟਵਰਕ ਜਿਹੜਾ ਹੈਗਾ ਉਹ ਹੌਲੀ ਹੌਲੀ ਅਸੀਂ ਤੋੜਨ ਦੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਲੋਕਾਂ 'ਚ ਜਾ ਰਹੇ ਹਾਂ। ਦੇਖੋ ਤੁਸੀਂ ਸੀਏ ਦੀ ਗੱਲ ਕੀਤੀ, ਸੀਏ ਅੰਦਰ ਵੀ ਸਾਡਾ ਵਿਰੋਧ ਕਿਸ ਗੱਲ ਦਾ ਸੀ ਵੀ ਇਹਨਾਂ ਨੇ ਮੁਸਲਮਾਨਾਂ ਦੀ ਨਾਗਰਿਕਤਾ ਖੋਹ ਲੈਣੀ ਹੈ, ਤੇ ਅਸੀਂ ਤਾਂ ਮੁਸਲਮਾਨਾਂ ਨੂੰ ਉਲਟਾ ਨਾਗਰਿਕਤਾ ਦਿੱਤੀ। ਉਹ ਝੂਠ ਬੰਦ ਹੋ ਗਿਆ ਨਾ, ਉਹ ਖਤਮ ਸੀ ਨਾ। ਅਸੀਂ ਕਿਹਾ ਸੀ ਵੀ ਸੀਏ ਨਾਗਰਿਕਤਾ ਦੇਣ ਦਾ ਬਿੱਲ ਹੈ, ਕਿਸੇ ਦਾ ਖੋਣ ਦਾ ਬਿੱਲ ਨਹੀਂ ਹੈ, ਤੇ ਉਹ ਸਭ ਦੇ ਸਾਹਮਣੇ ਆ ਗਿਆ, ਸਾਰਾ ਕੁਝ ਸ਼ਾਂਤ ਹੋ ਗਿਆ, ਤੇ ਇਹ ਵੀ 2-3 ਮਹੀਨੇ ਸ਼ਾਂਤ ਹੋ ਜਾਏਗਾ। ਕੀ ਕਿਸਾਨ ਨੂੰ ਟੈਰਰਿਸਟ ਕਹਿਣਾ ਕਿੰਨਾ ਕੁ ਜਾਇਜ਼ ਹੈ? ਕਿਉਂਕਿ ਪਿੱਛੇ ਜੇ ਇੱਕ ਅਦਾਕਾਰਾ ਨੇ, ਉਹਨਾਂ ਨੇ ਆਪਣੇ ਟਵਿੱਟਰ ਤੇ ਟਵੀਟ ਕੀਤਾ ਅਤੇ ਉਹਨਾਂ ਨੇ ਕਿਹਾ ਕਿ ਜੋ ਇਸ ਬਿੱਲ ਦਾ ਵਿਰੋਧ ਕਰ ਰਹੇ ਨੇ ਕਿਸਾਨ, ਉਹ ਆਤੰਕਵਾਦੀ ਨੇ। ਅੰਨਦਾਤਾ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ, ਕਿ ਉਹਨਾਂ ਨੂੰ ਆਤੰਕਵਾਦੀ ਕਹਿਣਾ ਜਾਇਜ਼ ਹੈ? ਦੇਖੋ ਜਿਹੜਾ ਵਰਗ ਸਾਡੇ ਕਿਸਾਨ, ਅਸੀਂ ਨਾਰਾ ਲਿੱਤਾ ਸੀ ਜੈ ਜਵਾਨ ਜੈ ਕਿਸਾਨ, ਜਿਹਨੂੰ ਅਸੀਂ ਅੰਨਦਾਤਾ ਦਾ ਖਿਤਾਬ ਦਿੱਤਾ, ਤੇ ਉਹਨੂੰ ਆਤੰਕਵਾਦੀ ਕਹਿਣ ਤੋਂ ਮਾੜੀ ਗੱਲ ਕੋਈ ਹੋ ਨਹੀਂ ਸਕਦੀ। ਉਹ ਆਤੰਕਵਾਦੀ ਹੈ ਵੀ ਨਹੀਂ, ਉਹਦੀ ਆਤੰਕਵਾਦ ਨਾਲ ਕੋਈ ਲਿੰਕ ਨਹੀਂ। ਉਹ ਤਾਂ ਦੇਸ਼ ਦੀ ਤਰੱਕੀ 'ਚ ਉਹਦਾ ਵੱਡਾ ਯੋਗਦਾਨ ਹੈ। ਅਗਲੀ ਗੱਲ, ਉਸ ਅਦਾਕਾਰਾ ਨੇ ਅਖਬਾਰਾਂ 'ਚ ਵੀ ਮੀਡੀਆ 'ਚ ਵੀ ਕਿਹਾ ਵੀ ਮੈਂ ਨਹੀਂ ਕਿਹਾ, ਜੇ ਕੋਈ ਸਬੂਤ ਪੇਸ਼ ਕਰ ਦੇਗਾ ਤਾਂ ਮੈਂ ਟਵਿੱਟਰ ਆਪਣਾ ਬੰਦ ਕਰ ਦੂੰਗੀ। ਸੋ ਇਹ ਟਵਿੱਟਰ ਤੇ ਸਾਰਿਆਂ ਨੇ ਟਵੀਟ ਦੇਖਿਆ ਜੀ ਉਹਨਾਂ ਦਾ। ਨਹੀਂ ਉਹ ਸੁਣੋ, ਮੈਂ ਉਹਦਾ ਪੱਖ ਨਹੀਂ ਲੈਂਦਾ, ਮੈਨੂੰ ਨਹੀਂ ਪਤਾ, ਪਰ ਉਹਨੇ ਕਿਹਾ ਵੀ ਮੈਂ ਇਹ ਗੱਲ ਕਹੀ ਹੋਣੀ, ਲੇਕਿਨ ਇਹ ਕਹਿਣਾ ਇਹ ਆਤੰਕਵਾਦੀ ਹੈ ਹੀ ਨਹੀਂ। ਇਹ ਤਾਂ ਐਸਾ ਅਸੀਂ ਸਾਡੇ ਵਾਸਤੇ ਸੋਚਣਾ ਵੀ ਗੁਨਾਹ ਹੈ। ਮੈਂ, ਮੇਰੇ ਬੱਚੇ, ਮੇਰਾ ਪਰਿਵਾਰ, ਮੇਰਾ ਦੇਸ਼, ਜਿਹਦੇ ਪੈਦਾ ਕੀਤੇ ਹੋਏ ਅੰਨ ਖਾ ਕੇ ਆਪਣਾ ਜੀਵਨ ਗੁਜ਼ਾਰਦਾ, ਉਹਨੂੰ ਆਤੰਕਵਾਦੀ ਕਹਿਣਾ ਵੈਰੀ ਵੈਰੀ ਸੈਡ ਜੀ। ਬਹੁਤ ਬਹੁਤ ਧੰਨਵਾਦ ਜੀ। ਤਾਂ ਇਹ ਸਨ ਸਾਡੇ ਨਾਲ ਪੰਜਾਬ ਬੀਜੇਪੀ ਤੋਂ ਸੀਨੀਅਰ ਨੇਤਾ ਪ੍ਰਵੀਨ ਬਾਂਸਲ ਜੀ, ਜਿਨ੍ਹਾਂ ਨਾਲ ਆਪਾਂ ਕਿਸਾਨ ਬਿੱਲਾਂ ਤੇ ਗੱਲਬਾਤ ਕੀਤੀ ਹੈ। ਇਹਨਾਂ ਦਾ ਕਹਿਣਾ ਕਿ ਕਿਸਾਨਾਂ ਵਾਸਤੇ ਇਹ ਬਿੱਲ ਬੜਾ ਹੀ ਫਾਇਦੇਮੰਦ ਹੈ। ਕਾਫੀ ਜਿਹੜੇ ਕਿਸਾਨਾਂ ਨੂੰ ਇਹਦੇ ਨਾਲ ਮੁਨਾਫਾ ਹੋਏਗਾ। ਜੋ ਫਸਲ ਆਪਣੀ ਇੱਥੇ ਪਹਿਲਾਂ ਘੱਟ ਪੈਸਿਆਂ 'ਚ ਵੇਚਦੇ ਸੀਗੇ, ਹੁਣ ਕਿਸਾਨ ਨੂੰ ਜਿਹੜਾ ਵੱਧ ਮੁਨਾਫਾ ਹੋਏਗਾ, ਤੇ ਜੋ ਵੀ ਕੰਟਰੈਕਟ ਫਾਰਮਿੰਗ ਦਾ ਹੋਏਗਾ, ਉਹ ਕੰਟਰੈਕਟ ਫਾਰਮਿੰਗ ਦੇ ਵਿੱਚ ਕੰਟਰੈਕਟ ਸਿਰਫ ਫਸਲ ਦਾ ਹੋਏਗਾ, ਨਾ ਕਿ ਕਿਸਾਨਾਂ ਦੀ ਜ਼ਮੀਨ ਦਾ। ਤਾਂ ਵਧੇਰੇ ਅਪਡੇਟਸ ਲਈ ਸਾਡੇ ਨਾਲ ਜੁੜੇ ਰਹੋ। ਲੁਧਿਆਣਾ ਤੋਂ ਸਨਮਜੀਤ ਸਿੰਘ, ਕੈਮਰਾਮੈਨ ਸਤਵੰਤ ਮਠਾੜੂ ਦੇ ਨਾਲ, ਲੁਧਿਆਣਾ ਟਾਈਮਸ। ਵਧੇਰੇ ਜਾਣਕਾਰੀ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪਬਲਿਕ ਟਾਈਮਸ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲੋ।